फ्रेंड्स ਅਸੀਂ ਆਪਣੇ ਜਨਰਲ ਇੰਗਲਿਸ਼ ਕਲਾਸ +2 ਦੇ ਤੀਸਰੇ ਚੈਪਟਰ ਦੀ ਰੀਡਿੰਗ ਕਰ ਰਹੇ ਹਾਂ। ਅਸੀਂ ਇਸ ਤੋਂ ਪਹਿਲਾਂ ਦੇ 4 ਵੀਡੀਓਜ਼ ਦੇ ਵਿੱਚ ਇਸ ਚੈਪਟਰ ਦੀ ਪੂਰੀ ਰੀਡਿੰਗ ਕਰ ਚੁੱਕੇ ਅਤੇ ਨਾਲ ਹੀ ਅਸੀਂ ਕੁਝ ਐਕਸਰਸਾਈਜ਼ਸ ਤੇ ਸੋਲੂਸ਼ਨਸ ਦੀ ਵੀ ਇੱਕ ਵੀਡੀਓ ਦੇਖੀ ਸੀ ਅਤੇ ਪਿਛਲੀ ਵੀਡੀਓ ਦੇ ਵਿੱਚ ਅਸੀਂ ਇਸ ਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਇਸ ਚੈਪਟਰ ਦੇ ਪੂਰੇ ਕਵਰ ਕਰ ਲਏ ਨੇ। ਇਸ ਵਾਲੇ ਵੀਡੀਓ ਦੇ ਵਿੱਚ ਅਸੀਂ ਲੌਂਗ ਆਨਸਰ ਟਾਈਪ ਕੁਐਸਚਨ ਜੋ ਕਿ ਇਸ ਦਾ ਮੇਨ ਕੁਐਸਚਨ ਬਣਦਾ ਹੈ ਜਿਸ ਨੂੰ ਕਿ ਅਸੀਂ ਕਹਿੰਦੇ ਹਾਂ ਕਿ ਥੀਮ ਆਫ ਦਾ ਚੈਪਟਰ, ਤਾਂ ਉਹ ਵਾਲਾ ਅਸੀਂ ਕੁਐਸਚਨ ਕਰਨ ਜਾ ਰਹੇ ਹਾਂ। ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੇ ਦੋਨੇ ਵੀਡੀਓਜ਼ ਖਾਸ ਤੌਰ 'ਤੇ ਜੋ ਕਿ ਮੈਂ ਇਸ ਚੈਪਟਰ ਦੀ ਐਕਸਪਲੇਨੇਸ਼ਨ ਅਤੇ ਐਨਾਲਿਸਿਸ 'ਤੇ ਬਣਾਏ ਹੋਏ ਨੇ ਉਹ ਤੁਸੀਂ ਜ਼ਰੂਰ ਦੇਖੇ ਹੋਣਗੇ, ਕਿਉਂਕਿ ਜੇਕਰ ਤੁਸੀਂ ਉਹ ਵੀਡੀਓਜ਼ ਦੇਖੇ ਨੇ ਤਾਂ ਤੁਸੀਂ ਇਹ ਲੌਂਗ ਆਨਸਰ ਟਾਈਪ ਕੁਐਸਚਨ ਜੋ ਥੀਮ ਹੈ ਇਸ ਨੂੰ ਚੰਗੀ ਤਰ੍ਹਾਂ ਸਮਝ ਪਾਓਗੇ। ਤਾਂ ਜੇਕਰ ਕਿਸੇ ਸਟੂਡੈਂਟ ਨੇ ਉਹ ਦੋਨੇ ਵੀਡੀਓਜ਼ ਐਕਸਪਲੇਨੇਸ਼ਨ ਦੇ ਨਹੀਂ ਦੇਖੇ ਤਾਂ ਮੈਂ ਉੱਪਰ ਤੁਹਾਨੂੰ ਉਸਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ ਅਤੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਉਹ ਪਹਿਲਾਂ ਉਹ ਵਾਲਾ ਵੀਡੀਓ ਦੇਖ ਕੇ ਆਓਗੇ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਹ ਜਿਹੜਾ ਲੌਂਗ ਆਨਸਰ ਟਾਈਪ ਕੁਐਸਚਨ ਹੈ ਇਸ ਨੂੰ ਸਮਝੋਗੇ ਤਾਂ ਕਿ ਤੁਹਾਨੂੰ ਜ਼ਿਆਦਾ ਅੱਛੀ ਨੌਲੇਜ ਆ ਜੇ ਇਸ ਕੁਐਸਚਨ ਬਾਰੇ ਅਤੇ ਤੁਹਾਨੂੰ ਪੇਪਰ ਦੇ ਵਿੱਚ ਯਾਦ ਕਰਨ ਦੇ ਵਿੱਚ ਜਾਂ ਟੈਸਟ ਦੇ ਲਈ ਇਸ ਕੁਐਸਚਨ ਨੂੰ ਯਾਦ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਤਾਂ ਸਟੂਡੈਂਟਸ ਲੌਂਗ ਆਨਸਰ ਟਾਈਪ ਕੁਐਸਚਨ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਅਸੀਂ ਉਸ ਕੁਐਸਚਨ ਦਾ ਇੱਕ ਮਾਈਂਡ ਮੈਪ ਤਿਆਰ ਕਰ ਲਈਏ ਅਤੇ ਉਸ ਮਾਈਂਡ ਮੈਪ ਨੂੰ ਸਮਝ ਕੇ ਫਿਰ ਅਸੀਂ ਉਸ ਕੁਐਸਚਨ ਨੂੰ ਸਮਝੀਏ ਤਾਂ ਕਿ ਫਿਰ ਐਸੇ ਟਾਈਪ ਕੁਐਸਚਨ ਨੂੰ ਯਾਦ ਰੱਖਣਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਜੇਕਰ ਅਸੀਂ ਮਾਈਂਡ ਮੈਪ ਵੱਲ ਨਿਗਾਹ ਨਾ ਮਾਰੀਏ। ਜਿਸ ਨੇ ਮਾਈਂਡ ਮੈਪ ਅੱਛੀ ਤਰ੍ਹਾਂ ਸਮਝਿਆ ਹੋਇਆ ਹੈ ਅਤੇ ਸਾਨੂੰ ਉਸਦੇ ਕੁਝ ਪੁਆਇੰਟਸ ਯਾਦ ਹੈ ਤਾਂ ਅਸੀਂ ਫਿਰ ਐਸੇ ਟਾਈਪ ਕੁਐਸਚਨ ਨੂੰ ਈਜ਼ੀਲੀ ਯਾਦ ਕਰ ਪਾਉਂਦੇ ਹਾਂ। ਤਾਂ ਮੈਂ ਹਮੇਸ਼ਾ ਪਹਿਲਾਂ ਮਾਈਂਡ ਮੈਪ ਹੀ ਡਿਸਕਸ ਕਰਦਾ ਹੁੰਦਾ ਅਤੇ ਅੱਜ ਵੀ ਉਵੇਂ ਹੀ ਕਰਾਂਗੇ। ਤਾਂ ਮਾਈਂਡ ਮੈਪ ਤੁਹਾਨੂੰ ਪਤਾ ਹੈ ਕਿ ਇਹ ਸਾਡਾ ਚੈਪਟਰ 3 ਹੈ, ਲੇਟਰਲ ਥਿੰਕਿੰਗ ਦੇ ਬਾਰੇ ਹੈ। ਤਾਂ ਲੇਟਰਲ ਥਿੰਕਿੰਗ ਅਸੀਂ ਚੈਪਟਰ 'ਚ ਪੜ੍ਹਿਆ ਕਿ ਇਹ ਇੱਕ ਕ੍ਰੀਏਟਿਵ ਅਤੇ ਨੋਨ ਲੀਨੀਅਰ ਥਿੰਕਿੰਗ ਹੈ। ਇਹ ਲੀਨੀਅਰ ਥਿੰਕਿੰਗ ਨਹੀਂ। ਲੀਨੀਅਰ ਥਿੰਕਿੰਗ ਕੀ ਹੁੰਦੀ ਹੈ ਜੋ ਕਿ ਇੱਕ ਲਾਈਨ ਵਰਗੀ ਹੁੰਦੀ ਹੈ ਵੀ ਬੰਦਾ ਉਸੇ ਲਾਈਨ 'ਤੇ ਸੋਚੀ ਜਾਂਦਾ ਹੈ, ਲੇਕਿਨ ਜਿਹੜੀ ਨੋਨ ਲੀਨੀਅਰ ਥਿੰਕਿੰਗ ਹੈ ਅਸੀਂ ਜਿਵੇਂ ਬਾਕੀ ਲੋਕ ਸੋਚਦੇ ਹਾਂ ਉਸ ਤਰ੍ਹਾਂ ਨਹੀਂ ਸੋਚਦੇ, ਅਸੀਂ ਥੋੜ੍ਹਾ ਜਿਹਾ ਡਿਫਰੈਂਟ ਸੋਚਦੇ ਹਾਂ। ਤਾਂ ਜਦੋਂ ਡਿਫਰੈਂਟ ਸੋਚਦੇ ਹਾਂ ਤਾਂ ਉਹ ਕ੍ਰੀਏਟਿਵ ਵੀ ਹੁੰਦੀ ਹੈ, ਉਸਾਰੂ ਵੀ ਹੁੰਦੀ ਹੈ। ਤਾਂ ਇਹ ਇੱਕ ਪੁਆਇੰਟ ਹੋ ਗਿਆ। ਅਤੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਿਹਾ ਕਿ ਥਿੰਕਿੰਗ ਡਿਫਰੈਂਟਲੀ ਔਰ ਡੂਇੰਗ ਸਮਥਿੰਗ ਡਿਫਰੈਂਟ, ਕੁਛ ਅਸੀਂ ਅਲੱਗ ਕਰੀਏ। ਸਾਰੇ ਲੋਕ ਜੋ ਕਰ ਰਹੇ ਨੇ ਭੇਡ ਚਾਲ ਦਾ ਹਿੱਸਾ ਅਸੀਂ ਨਾ ਬਣੀਏ, ਕੁਛ ਅਲੱਗ ਕਰਕੇ ਦੇਖੀਏ, ਅਲੱਗ ਕਰਕੇ ਸੋਚੀਏ। ਤਾਂ ਇਹ ਵੀ ਇੱਕ ਸਾਡਾ ਪੁਆਇੰਟ ਬਣਦਾ ਹੈ। ਤੀਸਰਾ ਹੈ ਕਿ ਜਿਹੜੀ ਲੇਟਰਲ ਥਿੰਕਿੰਗ ਹੈ ਇਸ ਨੂੰ ਪ੍ਰੋਪੇਗੇਟ ਕੀਤਾ ਹੈ ਐਡਵਰਡ ਡੇ ਬੋਨੋ ਨੇ। ਪ੍ਰੋਪੇਗੇਟ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਪਬਲਿਸਾਈਜ਼। ਪਬਲਿਸਾਈਜ਼ ਦਾ ਮਤਲਬ ਇਹ ਹੁੰਦਾ ਹੈ ਕਿ ਸਪੋਜ਼ ਕਰੋ ਕਿਸੇ ਬੰਦੇ ਦਾ ਕੋਈ ਵਿਚਾਰ ਹੋਵੇ, ਕੋਈ ਆਈਡੀਆ ਹੋਵੇ ਅਤੇ ਉਸਨੇ ਆਪਣਾ ਵਿਚਾਰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾਉਣਾ ਹੈ ਤਾਂ ਅਸੀਂ ਉਸ ਨੂੰ ਇੰਗਲਿਸ਼ ਦੇ ਵਿੱਚ ਇਸ ਨੂੰ ਪ੍ਰੋਪੇਗੇਟ ਕਰਨਾ ਕਹਿੰਦੇ ਹਾਂ। ਤਾਂ ਐਡਵਰਡ ਡੇ ਬੋਨੋ ਨੇ ਸਭ ਤੋਂ ਪਹਿਲਾਂ ਲੇਟਰਲ ਥਿੰਕਿੰਗ ਦੇ ਆਈਡੀਆ ਨੂੰ ਸਾਰੇ ਲੋਕਾਂ ਤੱਕ ਪਹੁੰਚਾਇਆ। ਅਸੀਂ ਇਹ ਵੀ ਦੇਖਿਆ ਕਿ ਇੱਕ ਉਹਨਾਂ ਦੀ ਸਾਈਟ ਹੈ lifepositive.com ਜਿਸ ਦੇ ਵਿੱਚ ਉਹਨਾਂ ਨੇ ਇਹ ਆਰਟੀਕਲ ਲਿਖਿਆ ਹੋਇਆ। ਉਸ ਆਰਟੀਕਲ ਦੇ ਵਿੱਚੋਂ ਇਹ ਸਾਡਾ ਚੈਪਟਰ ਲਿਆ ਗਿਆ ਹੈ। ਇਹ ਮੈਂ ਸਾਰਾ ਤੁਹਾਨੂੰ ਚੈਪਟਰ ਦੇ ਵਿੱਚ ਸਮਝਾਉਂਦੇ ਹੋਏ ਸਾਰਾ ਡਿਸਕਸ ਕੀਤਾ ਸੀ ਅਤੇ ਈਵਨ ਕਿ ਤੁਹਾਨੂੰ ਮੈਂ ਉਸ ਵੈਬਸਾਈਟ ਦੀ ਪਿਕ ਵੀ ਦਿਖਾਈ ਸੀ। ਫੋਰਥ ਪੁਆਇੰਟ ਇਸ ਦਾ ਬਣਦਾ ਹੈ ਕਿ ਸਕਿੱਲ ਟੂ ਯੂਜ਼ ਇੰਟੈਲੀਜੈਂਸ, ਕਿ ਜਿਹੜੀ ਸਾਡੀ ਥਿੰਕਿੰਗ ਹੁੰਦੀ ਹੈ ਇਹ ਇੱਕ ਸਾਡਾ ਹੁਨਰ ਹੈ। ਥਿੰਕਿੰਗ ਸਾਡਾ ਇੱਕ ਸਕਿੱਲ ਹੈ ਜਿਸ ਦੇ ਨਾਲ ਅਸੀਂ ਇੰਟੈਲੀਜੈਂਸ ਨੂੰ ਸਹੀ ਤਰੀਕੇ ਨਾਲ ਯੂਜ਼ ਕਰ ਪਾਉਂਦੇ। ਇੰਟੈਲੀਜੈਂਸ ਦਾ ਮਤਲਬ ਆਪਣੀ ਅਕਲ। ਹੁਣ ਦੇਖੋ ਅਕਲ ਤਾਂ ਪਰਮਾਤਮਾ ਨੇ ਸਾਰਿਆਂ ਨੂੰ ਦਿੱਤੀ ਹੈ, ਲੇਕਿਨ ਅਕਲ ਨੂੰ ਯੂਜ਼ ਕੌਣ ਕਰਦਾ ਹੈ? ਸਿਰਫ ਉਹੀ ਬੰਦਾ ਯੂਜ਼ ਕਰ ਪਾਉਂਦਾ ਹੈ ਜੋ ਅੱਛੀ ਸੋਚ ਰੱਖਦਾ ਹੈ। ਜਿਸ ਦੀ ਸੋਚ ਅੱਛੀ ਹੈ, ਜਿਸ ਦੀ ਥਿੰਕਿੰਗ ਅੱਛੀ ਹੈ, ਉਹ ਆਪਣੀ ਅਕਲ ਦਾ ਵਧੀਆ ਉਪਯੋਗ ਕਰ ਪਾਉਂਦਾ ਹੈ। ਤਾਂ ਇਹ ਵੀ ਇੱਕ ਪੁਆਇੰਟ ਬਣਦਾ ਹੈ। ਚੈਪਟਰ ਦੇ ਵਿੱਚ ਅਸੀਂ ਇਹ ਵੀ ਦੇਖਿਆ ਕਿ ਜਿਹੜੀ ਲੇਟਰਲ ਥਿੰਕਿੰਗ ਹੈ ਇਹ ਲਿੰਕਡ ਹੈ ਸਾਡੀ ਥਿੰਕਿੰਗ ਦੇ ਪਰਸੈਪਸ਼ਨ ਵਾਲੇ ਪਾਰਟ ਨਾਲ। ਤਾਂ ਸਾਨੂੰ ਚੈਪਟਰ ਪੜ੍ਹਦੇ ਹੋਏ ਸਾਨੂੰ 3 ਚੀਜ਼ਾਂ ਦਾ ਪਤਾ ਲੱਗਿਆ ਸੀ। ਇੱਕ ਤਾਂ ਸੀ ਪਰਸੈਪਸ਼ਨ, ਜਿਸ ਦਾ ਮਤਲਬ ਅਸੀਂ ਪੰਜਾਬੀ ਦੇ ਵਿੱਚ ਧਾਰਨਾ ਕਹਿੰਦੇ ਹਾਂ। ਅਸੀਂ ਕੋਈ ਕਿਸੇ ਗੱਲ ਦੇ ਬਾਰੇ ਧਾਰਨਾ ਆਪਣੇ ਮਨ 'ਚ ਬਿਠਾ ਲੈਂਦੇ ਹਾਂ। ਦੂਸਰੀ ਅਸੀਂ ਗੱਲ ਦੇਖੀ ਸੀ ਕਨਸੈਪਟ। ਕਨਸੈਪਟ ਦਾ ਮਤਲਬ ਹੁੰਦਾ ਹੈ ਸੰਕਲਪ। ਅਤੇ ਤੀਸਰੀ ਅਸੀਂ ਦੇਖੀ ਸੀ ਬਾਊਂਡਰੀ। ਇਹ ਸਾਰੀਆਂ ਚੀਜ਼ਾਂ ਅਸੀਂ ਚੈਪਟਰ ਪੜ੍ਹਦੇ ਹੋਏ ਦੇਖੀਆਂ ਸੀ। ਜਿਹੜੀ ਸਾਡੀ ਕ੍ਰੀਏਟਿਵ ਥਿੰਕਿੰਗ ਹੈ ਜਾਂ ਸਾਡੀ ਲੇਟਰਲ ਥਿੰਕਿੰਗ ਹੈ ਇਹ ਇਸ ਵਾਲੀ ਚੀਜ਼ ਦੇ ਨਾਲ ਸੰਬੰਧਿਤ ਹੁੰਦੀ ਹੈ, ਇਸ ਦੇ ਨਾਲ ਲਿੰਕਡ ਹੁੰਦੀ ਹੈ। ਜੇਕਰ ਅਸੀਂ ਇਸ ਦੇ ਵਿੱਚ ਚੇਂਜ ਲੈ ਕੇ ਆਉਂਦੇ ਹਾਂ ਤਾਂ ਸਾਡੀ ਥਿੰਕਿੰਗ ਜਿਹੜੀ ਇੱਕ ਨਾਰਮਲ ਥਿੰਕਿੰਗ ਹੈ ਉਹ ਲੇਟਰਲ ਥਿੰਕਿੰਗ ਬਣ ਜਾਂਦੀ ਹੈ। ਉਸ ਤੋਂ ਬਾਅਦ ਲੇਟਰਲ ਥਿੰਕਿੰਗ ਦਾ ਇਹ ਵੀ ਮਤਲਬ ਹੈ ਕਿ ਅਸੀਂ ਪ੍ਰੋਬਲਮ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਦੇਖਦੇ ਹਾਂ। ਟੂ ਫਾਈਂਡ ਨਿਊ ਵੇਜ਼ ਟੂ ਲੁੱਕ ਐਟ ਦਾ ਪ੍ਰੋਬਲਮ। ਇੱਕੋ ਤਰੀਕੇ ਨਾਲ ਨਹੀਂ ਦੇਖਦੇ, ਅਸੀਂ ਉਸ ਨੂੰ ਬਹੁਤ ਸਾਰੀਆਂ ਦਿਸ਼ਾਵਾਂ ਵੱਲ ਆਪਣੀ ਸੋਚ ਲਿਜਾ ਕੇ ਦੇਖਦੇ ਹਾਂ ਤਾਂ ਕਿ ਅਸੀਂ ਉਸ ਦਾ ਕੋਈ ਹੈਲਪ ਲੱਭ ਸਕੀਏ। ਅਤੇ ਇਸ ਨੂੰ ਸਟਰੈਂਥਨ ਕਰਨ ਦੇ ਲਈ ਕਿ ਇਹ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਹੁੰਦੀਆਂ ਨੇ ਲੇਟਰਲ ਥਿੰਕਿੰਗ ਦੀਆਂ,
ਰਾਈਟਰ ਦੋ ਸਟੋਰੀ ਸਾਨੂੰ ਪੜ੍ਹਾਉਂਦੇ ਆ ਚੈਪਟਰ ਦੇ ਵਿੱਚ। ਤਾਂ ਇੱਕ ਸਟੋਰੀ ਤਾਂ ਫਾਰਮਰ ਦੀ ਇੱਕ ਲੜਕੀ ਹੈ, ਇੱਕ ਕਿਸਾਨ ਦੀ ਲੜਕੀ ਹੈ ਜੋ ਆਪਣੇ ਆਪ ਨੂੰ ਅਤੇ ਆਪਣੇ ਫਾਦਰ ਨੂੰ ਬਚਾਉਂਦੀ ਹੈ ਸ਼ਾਹੂਕਾਰ ਦੇ ਚੁੰਗਲ 'ਚੋਂ ਆਪਣੀ ਲੇਟਰਲ ਥਿੰਕਿੰਗ ਯੂਜ਼ ਕਰਦੇ ਹੋਏ। ਅਤੇ ਦੂਸਰੀ ਐਗਜ਼ਾਮਪਲ ਇੱਕ ਮਿਲੀਅਨੇਅਰ ਜਿਸ ਦਾ ਨਾਮ ਥੋਮਸ ਹੈ, ਉਹ ਆਪਣੀ ਫੈਰਾਰੀ ਕਾਰ ਨੂੰ ਪਾਰਕ ਕਰਦਾ ਹੈ ਸੇਫਲੀ ਐਂਡ ਚੀਪਲੀ, ਸੇਫਲੀ ਮਤਲਬ ਸੁਰੱਖਿਅਤ ਤੌਰ 'ਤੇ, ਅਤੇ ਬਹੁਤ ਹੀ ਥੋੜ੍ਹੇ ਪੈਸਿਆਂ ਦੇ ਵਿੱਚੋਂ ਆਪਣੀ ਬਹੁਤ ਮਹਿੰਗੀ ਗੱਡੀ, ਕਰੋੜਾਂ ਰੁਪਏ ਦੀ ਗੱਡੀ ਫੈਰਾਰੀ ਕਾਰ ਨੂੰ ਇੱਕ ਬੈਂਕ ਦੇ ਵਿੱਚ ਪਾਰਕ ਕਰਨ ਦੇ ਵਿੱਚ ਸਫਲ ਹੁੰਦਾ ਹੈ। ਦੋਨਾਂ ਜਣਿਆਂ ਨੇ, ਥੋਮਸ ਨੇ ਅਤੇ ਉਸ ਕਿਸਾਨ ਦੀ ਲੜਕੀ ਨੇ, ਲੇਟਰਲ ਥਿੰਕਿੰਗ ਯੂਜ਼ ਕੀਤੀ ਹੈ। ਅਤੇ ਇਸੇ ਤਰ੍ਹਾਂ ਇਸ ਚੈਪਟਰ ਦੇ ਵਿੱਚ ਕੈਰੀ ਪੈਕਰ ਦਾ ਜ਼ਿਕਰ ਆਇਆ ਹੈ ਜਿਨ੍ਹਾਂ ਨੇ ਕ੍ਰਿਕਟ ਦੇ ਵਿੱਚ ਬਹੁਤ ਹੀ ਸਫਲਤਾਪੂਰਵਕ ਸਕਸੈਸਫੁਲੀ ਲੇਟਰਲ ਥਿੰਕਿੰਗ ਯੂਜ਼ ਕੀਤੀ ਹੈ। ਸਾਨੂੰ ਪਤਾ ਹੈ ਕਿ ਕ੍ਰਿਕਟ ਪਹਿਲਾਂ 5-5 ਦਿਨ ਚੱਲਦਾ ਰਹਿੰਦਾ ਹੁੰਦਾ ਸੀ, ਇੱਕ ਮੈਚ, ਅਤੇ ਉਹੀ ਬਲੈਕ ਐਂਡ ਵਾਈਟ ਕੱਪੜੇ ਪਾ ਕੇ ਖੇਡਿਆ ਜਾਂਦਾ ਸੀ। ਬਾਲ ਵੀ ਉਹੀ ਲਾਲ ਰੰਗ ਦੀ ਯੂਜ਼ ਕੀਤੀ ਜਾਂਦੀ ਸੀ। ਲੇਕਿਨ ਅੱਜ ਕੱਲ੍ਹ ਦੇਖੋ ਕ੍ਰਿਕਟ ਕਲਰਫੁਲ ਹੋ ਗਿਆ। ਅੱਜ ਕੱਲ੍ਹ ਰੰਗਦਾਰ ਜਿਹੜੀਆਂ ਬਾਲਸ ਨੇ ਉਹ ਯੂਜ਼ ਹੁੰਦੀਆਂ ਨੇ, ਅਤੇ ਈਵਨ ਕਿ ਜਿਹੜੀਆਂ ਡਰੈਸਿਸ ਨੇ ਦੇਖੋ ਕਿੰਨੀਆਂ ਅੱਜ ਕੱਲ੍ਹ ਅਟਰੈਕਟਿਵ ਹੋ ਗਈਆਂ, ਉਹ ਬਹੁਤ ਜ਼ਿਆਦਾ ਕਲਰਫੁਲ ਹੋ ਗਈਆਂ। ਤਾਂ ਇਹ ਸਾਰੀਆਂ ਚੀਜ਼ਾਂ ਲੇਟਰਲ ਥਿੰਕਿੰਗ ਦਾ ਹੀ ਨਤੀਜਾ ਹਨ। ਹਾਂਜੀ ਸਟੂਡੈਂਟਸ, ਮਾਈਂਡ ਮੈਪ ਨੂੰ ਸਮਝਣ ਤੋਂ ਬਾਅਦ ਹੁਣ ਅਸੀਂ ਮੇਨ ਕੁਐਸਚਨ ਵੱਲ ਆਉਂਦੇ ਹਾਂ। ਤਾਂ ਇਸ ਚੈਪਟਰ ਦਾ ਜਿਹੜਾ ਮੇਨ ਕੁਐਸਚਨ ਹੈ, ਤੁਹਾਨੂੰ ਜਿਵੇਂ ਮੈਂ ਦੱਸਿਆ ਕਿ ਉਹ ਬਣਦਾ ਹੈ ਕਿ ਰਾਈਟ ਦਾ ਥੀਮ ਆਫ ਦਾ ਚੈਪਟਰ, ਥਿੰਕਿੰਗ ਆਊਟ ਆਫ ਦਾ ਬਾਕਸ, ਦਾ ਲੇਟਰਲ ਥਿੰਕਿੰਗ। ਇਹ ਮੇਨ ਇਹਦਾ ਕੁਐਸਚਨ ਬਣਦਾ। ਲੇਕਿਨ ਸਪੋਜ਼ ਕਰੋ ਜੇਕਰ ਐਗਜ਼ਾਮੀਨੇਸ਼ਨ ਦੇ ਵਿੱਚ ਤੁਹਾਨੂੰ ਇਸ ਤੋਂ ਡਿਫਰੈਂਟ ਕੋਈ ਕੁਐਸਚਨ ਆ ਜਾਂਦਾ ਹੈ, ਕਈ ਵਾਰੀ ਆ ਜਾਂਦਾ ਹੈ ਕਿ ਕਰੈਕਟਰ ਸਕੈਚ ਆਫ ਥੋਮਸ, ਤਾਂ ਤੁਸੀਂ ਇਹ ਵਾਲਾ ਆਨਸਰ ਲਿਖ ਸਕਦੇ ਹੋ, ਬਿਕੋਜ਼ ਇਸ ਦੇ ਵਿੱਚ ਵੀ ਮੈਂ ਜਿਹੜਾ ਉਹ ਥੋਮਸ ਦੇ ਬਾਰੇ ਕਾਫੀ ਗੱਲਾਂ ਲਿਖੀਆਂ ਹੋਈਆਂ ਨੇ। ਅਤੇ ਇਸੇ ਤਰ੍ਹਾਂ ਜੇਕਰ ਸਪੋਜ਼ ਕਰੋ ਆ ਜਾਂਦਾ ਹੈ ਕਿ ਕਰੈਕਟਰ ਸਕੈਚ ਆਫ ਦਾ ਫਾਰਮਰਸ ਡਾਟਰ, ਤਾਂ ਤੁਸੀਂ ਇਹ ਵਾਲਾ ਕੁਐਸਚਨ ਲਿਖ ਸਕਦੇ ਹੋ, ਕਿਉਂਕਿ ਇਸ ਦੇ ਵਿੱਚ ਇਹ ਦੋਨਾਂ ਦਾ ਜ਼ਿਕਰ ਹੋ ਚੁੱਕਿਆ। ਤਾਂ ਕੋਈ ਵੀ ਕੁਐਸਚਨ ਆਵੇ ਨਾ ਤਿੰਨਾਂ 'ਚੋਂ ਤੁਸੀਂ ਆਨਸਰ ਇਹੀ ਬਣਾ ਸਕਦੇ ਹੋ। ਤਾਂ ਓਕੇ ਜੀ, ਆਨਸਰ ਸਟਾਰਟ ਕਰਦੇ ਹਾਂ ਕਿ ਥਿੰਕਿੰਗ ਆਊਟ ਆਫ ਦਾ ਬਾਕਸ, ਦਾ ਲੇਟਰਲ ਥਿੰਕਿੰਗ ਇਜ਼ ਰਿਟਨ ਬਾਏ ਐਡਵਰਡ ਡੇ ਬੋਨੋ। ਪਹਿਲੀ ਲਾਈਨ ਜਿਸ ਤਰ੍ਹਾਂ ਮੈਂ ਯੂਜ਼ੁਅਲ ਤੁਹਾਨੂੰ ਸਮਝਾਉਣਾ ਹੁੰਦਾ ਹੈ ਕਿ ਲਾਈਨ ਨੂੰ ਬਾਰ-ਬਾਰ ਲਿਖ ਕੇ ਦੇਖਿਆ ਕਰੋ, ਕਿਉਂਕਿ ਇਸ ਦੇ ਵਿੱਚ ਦੋ ਚੀਜ਼ਾਂ ਮੇਨ ਆਉਂਦੀਆਂ ਨੇ। ਇੱਕ ਤਾਂ ਚੈਪਟਰ ਦਾ ਨਾਮ ਆਉਂਦਾ ਸਾਡਾ, ਅਤੇ ਦੂਸਰਾ ਉਸਦੇ ਰਾਈਟਰ ਦਾ ਨਾਮ ਆਉਂਦਾ। ਤਾਂ ਚੈਪਟਰ ਦੇ ਨਾਮ ਨੂੰ ਲਿਖਣ ਦੇ ਵੇਲੇ ਕੋਈ ਗਲਤੀ ਨਹੀਂ ਕੀਤੀ ਜਾਣੀ ਚਾਹੀਦੀ। ਵੱਡੇ ਅੱਖਰਾਂ ਦਾ ਧਿਆਨ ਰੱਖਿਆ ਜਾਵੇ ਹਮੇਸ਼ਾ, ਕਿੱਥੇ ਕਿੱਥੇ ਵੱਡੇ ਅੱਖਰ ਪਏ ਨੇ। ਅਤੇ ਇਸੇ ਤਰ੍ਹਾਂ ਉਸ ਤੋਂ ਬਾਅਦ ਸਾਨੂੰ ਚੈਪਟਰ ਦਾ ਨਾਮ ਹਮੇਸ਼ਾ ਕੋਟਸ ਦੇ ਵਿੱਚ ਪਾਉਣਾ ਹੁੰਦਾ ਹੈ, ਸਿੰਗਲ ਕੋਟ ਦੇ ਵਿੱਚ ਪਾਉਣਾ ਹੁੰਦਾ ਹੈ। ਅਤੇ ਇਸੇ ਤਰ੍ਹਾਂ ਜਦੋਂ ਅਸੀਂ ਰਾਈਟਰ ਦਾ ਨਾਮ ਪਾਉਣਾ ਹੈ, ਉਦੋਂ ਵੀ ਅਸੀਂ ਕੈਪੀਟਲ ਲੈਟਰਸ ਦਾ ਧਿਆਨ ਰੱਖਣਾ ਹੈ, ਅਤੇ ਇਹ ਧਿਆਨ ਰੱਖਣਾ ਹੈ ਕਿ ਸਪੈਲਿੰਗ ਕੀ ਹੈ ਰਾਈਟਰ ਦੇ ਨੇਮ ਦੇ, ਅਤੇ ਉਹਨਾਂ ਨੂੰ ਕਦੇ ਵੀ ਕੋਟਸ ਜਾਂ ਕਿਸੇ ਵੀ ਅੰਡਰਲਾਈਨ ਵਗੈਰਾ ਨਹੀਂ ਕੀਤਾ ਜਾਂਦਾ। ਤਾਂ ਥਿੰਕਿੰਗ ਆਊਟ ਆਫ ਦਾ ਬਾਕਸ, ਦਾ ਲੇਟਰਲ ਥਿੰਕਿੰਗ ਕਿਸ ਨੇ ਲਿਖਿਆ ਜੀ? ਐਡਵਰਡ ਡੇ ਬੋਨੋ ਨੇ। ਲੇਟਰਲ ਥਿੰਕਿੰਗ ਇਜ਼ ਡਿਫਰੈਂਟ ਫਰੋਮ ਲੌਜੀਕਲ ਥਿੰਕਿੰਗ। ਚੈਪਟਰ ਨੂੰ ਨਰੇਟ ਕਰਦੇ ਹੋਏ ਮੈਂ ਤੁਹਾਨੂੰ ਦੱਸਿਆ ਸੀ ਕਿ ਥਿੰਕਿੰਗ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਹੁੰਦੀ ਹੈ ਜੀ ਲੌਜੀਕਲ ਥਿੰਕਿੰਗ। ਲੌਜੀਕਲ ਥਿੰਕਿੰਗ ਉਹੀ ਹੈ ਜੋ ਸਟ੍ਰੇਟ ਲਾਈਨ ਥਿੰਕਿੰਗ ਹੈ, ਬਸ ਜਿਸ ਤਰ੍ਹਾਂ ਸਾਰੇ ਲੋਕ ਸੋਚਦੇ ਹਾਂ ਅਸੀਂ ਵੀ ਉਵੇਂ ਸੋਚੇ ਜਾਂਦੇ ਹਾਂ, ਤਾਂ ਉਸ ਨੂੰ ਅਸੀਂ ਲੌਜੀਕਲ ਥਿੰਕਿੰਗ ਕਹਿੰਦੇ ਹਾਂ। ਇਸ ਨੂੰ ਆਪਾਂ ਟ੍ਰੈਡੀਸ਼ਨਲ ਥਿੰਕਿੰਗ ਵੀ ਕਹਿੰਦੇ ਹਾਂ। ਟ੍ਰੈਡੀਸ਼ਨਲ ਥਿੰਕਿੰਗ ਦਾ ਮਤਲਬ ਹੁੰਦਾ ਹੈ ਕਿ ਪਰੰਪਰਾਗਤ ਥਿੰਕਿੰਗ, ਕਿ ਅਸੀਂ ਜੋ ਪਹਿਲਾਂ ਸੋਚ ਰਹੇ ਹਾਂ, ਜੋ ਪਹਿਲਾਂ ਸੋਚ ਰੱਖਦੇ ਸੀ ਸਾਡੇ ਲੋਕ, ਉਹੀ ਅਸੀਂ ਸੋਚ ਰੱਖ ਰਹੇ ਹਾਂ। ਤਾਂ ਇਹ ਲੌਜੀਕਲ ਥਿੰਕਿੰਗ ਜਾਂ ਟ੍ਰੈਡੀਸ਼ਨਲ ਥਿੰਕਿੰਗ ਇਹ ਇੱਕੋ ਚੀਜ਼ ਹੈ। ਲੇਕਿਨ ਜਿਹੜੀ ਲੇਟਰਲ ਥਿੰਕਿੰਗ ਹੈ ਉਹ ਇਸ ਨਾਲੋਂ ਅਲੱਗ ਹੈ, ਉਹ ਡਿਫਰੈਂਟ ਹੈ। ਕਹਿੰਦੇ ਵੀ ਥਿੰਕ ਇਨ ਅ ਲੀਨੀਅਰ ਵੇ। ਨਾ ਲੀਨੀਅਰ ਵੇ ਦਾ ਮਤਲਬ ਹੁੰਦਾ ਹੈ ਲਾਈਨ ਵਾਂਗੂ, ਲਾਈਨ ਤੋਂ ਹੀ ਲੀਨੀਅਰ ਬਣਦਾ ਨਾ। ਲਾਈਨ ਦਾ ਮਤਲਬ ਕਿ ਜਿਸ ਤਰ੍ਹਾਂ ਇੱਕ ਲਕੀਰ ਦੇ ਫਕੀਰ ਹੁੰਦੇ ਆਪਾਂ ਸਾਰੇ ਜਣੇ, ਬਸ ਜਿਵੇਂ ਹੋ ਗਿਆ ਉਵੇਂ ਹੀ ਚੱਲੀ ਜਾਣਾ ਆਪਾਂ ਨੇ, ਉਹਨੂੰ ਆਪਾਂ ਲਕੀਰ ਦੇ ਫਕੀਰ ਕਹਿੰਦੇ ਨਾ। ਤਾਂ ਅਸੀਂ ਸਾਰੇ ਜਣੇ ਕੀ ਸੋਚਦੇ ਹਾਂ ਕਿ ਲੀਨੀਅਰ ਤਰੀਕੇ ਦੇ ਨਾਲ ਸੋਚਦੇ ਹਾਂ, ਉਵੇਂ ਲਕੀਰ ਦੇ ਫਕੀਰ ਬਣੇ ਅਸੀਂ ਕੰਮ ਕਰੀ ਜਾਂਦੇ ਹਾਂ। ਬਟ ਸਮਟਾਈਮਸ ਵੀ ਕੈਨ ਨੋਟ ਫਾਈਂਡ ਅ ਸੋਲਿਊਸ਼ਨ ਟੂ ਦਾ ਪ੍ਰੋਬਲਮ। ਪਰ ਪ੍ਰੋਬਲਮ ਇਹ ਆ ਜਾਂਦੀ ਹੈ ਲੀਨੀਅਰ ਵੇ ਦੀ ਕਿ ਕਈ ਵਾਰੀ ਸਾਨੂੰ ਸਾਡੀ ਪ੍ਰੋਬਲਮ ਦਾ ਹੱਲ ਨਹੀਂ ਮਿਲਦਾ। ਕਈ ਵਾਰੀ ਸਮਟਾਈਮਸ ਵੀ ਕੈਨ ਨੋਟ ਫਾਈਂਡ, ਅਸੀਂ ਨਹੀਂ ਲੱਭ ਪਾਉਂਦੇ ਅ ਸੋਲਿਊਸ਼ਨ ਟੂ ਦਾ ਪ੍ਰੋਬਲਮ। ਸਾਡੇ ਸਾਹਮਣੇ ਕੋਈ ਪ੍ਰੋਬਲਮ ਹੈ, ਅਸੀਂ ਉਸ ਨੂੰ ਲੀਨੀਅਰ ਵੇ ਦੇ ਨਾਲ ਦੇਖੀ ਜਾ ਰਹੇ ਹਾਂ, ਲੌਜੀਕਲ ਥਿੰਕਿੰਗ ਦੇ ਨਾਲ ਸੋਚੀ ਜਾ ਰਹੇ ਹਾਂ, ਟ੍ਰੈਡੀਸ਼ਨਲ ਥਿੰਕਿੰਗ ਹੀ ਅਪਲਾਈ ਕਰੀ ਜਾ ਰਹੇ ਹਾਂ। ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਨੂੰ ਉਸ ਪ੍ਰੋਬਲਮ ਦਾ ਹੱਲ ਨਹੀਂ ਮਿਲਦਾ। ਤਾਂ ਫਿਰ ਹੱਲ ਕਿਸ ਤਰ੍ਹਾਂ ਮਿਲੇ? ਵੀ ਹੈਵ ਟੂ ਥਿੰਕ ਡਿਫਰੈਂਟਲੀ ਟੂ ਸੋਲਵ ਦਾ ਪ੍ਰੋਬਲਮ। ਤਾਂ ਸਾਨੂੰ ਡਿਫਰੈਂਟ ਤਰੀਕੇ ਦੇ ਨਾਲ, ਅਲੱਗ ਤਰੀਕੇ ਦੇ ਨਾਲ ਸੋਚਣਾ ਪੈਂਦਾ ਹੈ। ਹੈਵ ਟੂ ਥਿੰਕ ਦਾ ਮਤਲਬ ਕਿ ਸਾਨੂੰ ਸੋਚਣਾ ਪੈਂਦਾ ਹੈ ਡਿਫਰੈਂਟਲੀ, ਅਲੱਗ ਤਰੀਕੇ ਨਾਲ ਉਸ ਪ੍ਰੋਬਲਮ ਨੂੰ ਸੋਲਵ ਕਰਨ ਲਈ। ਲੀਨੀਅਰ ਵੇ ਦੇ ਨਾਲ ਅਸੀਂ ਸੋਲਵ ਨਹੀਂ ਕਰ ਪਾਏ, ਇਸ ਕਰਕੇ ਸਾਨੂੰ ਅਲੱਗ ਤਰੀਕੇ ਨਾਲ ਸੋਚਣਾ ਪਊਗਾ। ਦਿਸ ਇਜ਼ ਕਾਲਡ ਲੇਟਰਲ ਥਿੰਕਿੰਗ। ਇਸ ਨੂੰ ਲੇਟਰਲ ਥਿੰਕਿੰਗ ਕਹਿੰਦੇ ਆ। ਤਾਂ ਇਹ ਲੇਟਰਲ ਥਿੰਕਿੰਗ ਦਾ ਆਨਸਰ ਹੋ ਗਿਆ ਕਿ ਕੀ ਹੈ। ਮੈਂ ਕੱਲ੍ਹ ਜਦੋਂ ਸ਼ਾਰਟ ਆਨਸਰ ਟਾਈਪ ਕੁਐਸਚਨ ਤੁਹਾਨੂੰ ਕਰਵਾਏ ਸੀ, ਤਾਂ ਉਸ ਦੇ ਵਿੱਚ ਇੱਕ ਤੁਹਾਡਾ ਬੜਾ ਹੀ ਮੇਨ ਕੁਐਸਚਨ ਮੈਂ ਤੁਹਾਨੂੰ ਦੱਸਿਆ ਸੀ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਕਿ ਵਟ ਇਜ਼
ਵਟ ਡੂ ਯੂ ਮੀਨ ਬਾਏ ਦਾ ਟਰਮ ਲੇਟਰਲ ਥਿੰਕਿੰਗ। ਤਾਂ ਲੇਟਰਲ ਥਿੰਕਿੰਗ ਬਾਰੇ ਤੁਸੀਂ ਕੀ ਜਾਣਦੇ ਹੋ? ਤਾਂ ਲੇਟਰਲ ਥਿੰਕਿੰਗ ਦੀਆਂ ਇਹੀ ਵਾਲੀਆਂ ਲਾਈਨਸ ਮੈਂ ਸ਼ਾਰਟ ਆਨਸਰ ਟਾਈਪ ਦੇ ਵਿੱਚ ਵੀ ਕਵਰ ਕੀਤੀਆਂ ਸੀ। ਉਮੀਦ ਹੈ ਕਿ ਤੁਹਾਡੀ ਇੱਕ ਤਰ੍ਹਾਂ ਰਿਵੀਜ਼ਨ ਵੀ ਹੋਗੀ ਅਤੇ ਨਾਲੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਵੀ ਆ ਗਿਆ। ਨਾਓ ਲੇਟਰਲ ਥਿੰਕਿੰਗ ਕੀ ਹੈ ਕਿ ਇਟ ਇਜ਼ ਅ ਨॉन ਲੀਨੀਅਰ ਐਂਡ ਕ੍ਰੀਏਟਿਵ ਥਿੰਕਿੰਗ, ਕਿ ਇਹ ਲੀਨੀਅਰ ਥਿੰਕਿੰਗ ਨਹੀਂ ਹੈ, ਸਗੋਂ ਕੀ ਹੈ ਇਹ ਨॉन ਲੀਨੀਅਰ ਥਿੰਕਿੰਗ ਹੈ। ਨॉन ਲੀਨੀਅਰ ਥਿੰਕਿੰਗ ਹੈ, ਲਾਈਨ ਵਰਗੀ ਨਹੀਂ ਹੈ, ਇਹ ਥੋੜ੍ਹੀ ਜਿਹੀ ਹਟਕੇ ਆ ਉਸ ਤੋਂ। ਇਸ ਕਰਕੇ ਇਸ ਨੂੰ ਅਸੀਂ ਨॉन ਲੀਨੀਅਰ ਥਿੰਕਿੰਗ ਕਹਿੰਦੇ ਹਾਂ ਅਤੇ ਇਸ ਨੂੰ ਕ੍ਰੀਏਟਿਵ ਥਿੰਕਿੰਗ ਕਹਿੰਦੇ ਹਾਂ। ਕ੍ਰੀਏਟਿਵ ਦਾ ਮਤਲਬ ਕੀ ਹੁੰਦਾ ਹੈ? ਉਸਾਰੂ, ਕਿ ਇਹ ਉਸਾਰੂ ਸੋਚ ਹੈ ਸਾਡੀ। ਕਿਉਂਕਿ ਅਸੀਂ ਉਸਾਰੂ ਕਿਵੇਂ ਹੋਈ? ਕ੍ਰੀਏਟਿਵ ਦਾ ਮਤਲਬ ਉਸਾਰੂ ਹੁੰਦਾ। ਉਸਾਰੂ ਕਿਵੇਂ ਹੋਈ? ਕਿਉਂਕਿ ਅਸੀਂ ਕਿਸੇ ਵੀ ਪ੍ਰੋਬਲਮ ਨੂੰ ਅਸੀਂ ਡਿਫਰੈਂਟ ਤਰੀਕੇ ਦੇ ਨਾਲ, ਅਲੱਗ ਤਰੀਕੇ ਦੇ ਨਾਲ ਦੇਖ ਰਹੇ ਹਾਂ। ਤਾਂ ਹੁਣ ਇਸ ਚੀਜ਼ ਨੂੰ ਸਮਝਾਉਣ ਦੇ ਲਈ ਰਾਈਟਰ ਕੀ ਕਰਦੇ ਹਨ? ਦਾ ਰਾਈਟਰ ਗਿਵਸ 2 ਐਗਜ਼ਾਮਪਲਸ ਇਨ ਦਾ ਐਸੇ। ਤਾਂ ਆਪਣੇ ਐਸੇ ਦੇ ਵਿੱਚ ਉਹ 2 ਉਦਾਹਰਨਾਂ ਸਾਡੇ ਸਾਹਮਣੇ ਪੇਸ਼ ਕਰਦੇ। 2 examples. In the first example, a village girl saves herself and her father from the dirty tricks of the money lender. ਤਾਂ ਪਹਿਲੀ ਐਗਜ਼ਾਮਪਲ ਦੇ ਵਿੱਚ ਸਾਨੂੰ ਪਤਾ ਹੈ ਇੱਕ ਇਹ ਸਾਡੇ ਭਾਰਤੀ ਕਿਸੇ ਪਿੰਡ ਦੀ ਕਹਾਣੀ ਹੈ, ਉੱਥੋਂ ਇਹਨਾਂ ਨੇ ਰਾਈਟਰ ਨੇ ਲਈ ਹੈ। ਤਾਂ ਉਸ ਦੇ ਵਿੱਚ ਇੱਕ ਪਿੰਡ ਦੀ ਲੜਕੀ ਹੈ, ਉਹ ਆਪਣੇ ਆਪ ਨੂੰ ਬਚਾਉਂਦੀ ਹੈ, ਸੇਵਸ ਹਰ ਸੈਲਫ, ਅਤੇ ਆਪਣੇ ਫਾਦਰ ਨੂੰ ਅਤੇ ਆਪਣੇ ਪਿਤਾ ਨੂੰ ਬਚਾਉਂਦੀ ਹੈ। ਕਿਸ ਤੋਂ? ਫਰੋਮ ਦਾ ਡਰਟੀ ਟ੍ਰਿਕਸ, ਬਹੁਤ ਹੀ ਗੰਦੀਆਂ ਹਰਕਤਾਂ ਤੋਂ। ਟ੍ਰਿਕਸ ਦਾ ਮਤਲਬ ਜੁਗਤਾਂ ਤੋਂ। ਅਤੇ ਮਨੀ ਲੈਂਡਰ ਕੌਣ ਹੈ? ਸ਼ਾਹੂਕਾਰ। ਹੁਣ ਸ਼ਾਹੂਕਾਰ ਬਹੁਤ ਹੀ ਕਪਟੀ ਬੰਦਾ ਹੈ, ਉਸ ਤੋਂ ਉਸ ਦੇ ਚੰਗਲ ਤੋਂ ਆਪਣੇ ਆਪ ਨੂੰ ਵੀ ਬਚਾਉਂਦੀ ਹੈ ਅਤੇ ਆਪਣੇ ਫਾਦਰ ਸਾਹਿਬ ਨੂੰ ਵੀ ਬਚਾਉਂਦੀ ਹੈ। ਹੁਣ ਉਹ ਮਨੀ ਲੈਂਡਰ ਬਾਰੇ ਆਪਾਂ ਕੁਛ ਗੱਲਾਂ ਕੱਲ੍ਹ ਸ਼ਾਰਟ ਆਨਸਰ ਟਾਈਪ ਕੁਐਸਚਨ ਕੀਤੀਆਂ ਸੀ, ਮੈਂ ਉਹੀ ਰਿਪੀਟ ਕਰਨ ਲੱਗਿਆ ਕਿ ਦਾ ਮਨੀ ਲੈਂਡਰ ਕਨਿੰਗਲੀ ਪਿਕਡ ਅਪ 2 ਬਲੈਕ ਪੈਬਲਸ ਐਂਡ ਪੁੱਟ ਦੈਮ ਇਨਟੂ ਦਾ ਬੈਗ। ਹੁਣ ਮਨੀ ਲੈਂਡਰ ਕੀ ਕਰਦਾ ਕਿ ਉਹ ਬਹੁਤ ਹੀ ਕਪਟ ਨਾਲ, ਕਨਿੰਗਲੀ ਦਾ ਮਤਲਬ ਹੁੰਦਾ ਹੈ ਕਪਟ, ਕਪਟ ਦੇ ਨਾਲ ਉਹ 2 ਬਲੈਕ ਪੈਬਲਸ, ਕਾਲੇ ਪੱਥਰ ਚੱਕ ਲੈਂਦਾ, ਪਿਕਡ ਅਪ, ਅਤੇ ਉਹਨਾਂ ਨੂੰ ਆਪਣੇ ਬੈਗ ਦੇ ਵਿੱਚ ਪੁੱਟ ਦੈਮ ਇਨਟੂ ਦਾ ਬੈਗ, ਪਾ ਲੈਂਦਾ। ਹਾਲਾਂਕਿ ਉਸਨੇ ਕੀ ਕਰਨਾ ਹੁੰਦਾ? ਪੈਬਲ ਗੇਮ ਚੱਲਦੀ ਹੈ ਨਾ। ਪੈਬਲ ਗੇਮ ਦੀ ਜਿਹੜੀ ਹੁੰਦੀ ਆ ਉਹ ਦੋਨਾਂ ਵੱਲੋਂ, ਧਿਰਾਂ ਵੱਲੋਂ ਹੋ ਜਾਂਦੀ ਹੈ ਕਿ ਚਲੋ ਠੀਕ ਹੈ ਅਸੀਂ ਪੈਬਲ ਗੇਮ ਖੇਡਾਂਗੇ ਨਾ। ਪੈਬਲ ਗੇਮ ਕੀ ਸੀ? ਪੈਬਲ ਗੇਮ ਇਹ ਸੀ ਕਿ ਮਨੀ ਲੈਂਡਰ 2 ਪੈਬਲ ਚੱਕੂਗਾ, ਆਪਣੇ ਬੈਗ 'ਚ ਪਾਊਗਾ, ਲੇਕਿਨ ਉਹ 2 ਪੈਬਲ ਜਿਹੜੇ ਹੋਣਗੇ, ਪੱਥਰ ਹੋਣਗੇ, ਉਹਨਾਂ 'ਚੋਂ ਇੱਕ ਕਾਲੇ ਰੰਗ ਦਾ ਹੋਊਗਾ, ਦੂਸਰਾ ਵਾਈਟ ਕਲਰ ਦਾ, ਚਿੱਟੇ ਰੰਗ ਦਾ ਹੋਊਗਾ। ਲੇਕਿਨ ਹੁਣ ਮਨੀ ਲੈਂਡਰ ਬਹੁਤ ਹੀ ਕਪਟੀ ਹੈ, ਉਹ ਦੋਨੇ ਹੀ ਪੱਥਰ ਅੱਖ ਬਚਾ ਕੇ ਕਾਲੇ ਚੱਕ ਲੈਂਦਾ ਅਤੇ ਉਸ ਨੂੰ ਬੈਗ 'ਚ ਪਾ ਲੈਂਦਾ। ਹੁਣ ਪ੍ਰੋਬਲਮ ਇਹ ਹੈ ਕਿ ਲੜਕੀ ਨੂੰ ਉਹ ਪੈਬਲ ਚੱਕਣਾ ਪੈਣਾ ਬੈਗ ਦੇ ਵਿੱਚੋਂ ਬਿਨਾਂ ਦੇਖੇ। ਜੇਕਰ ਉਸ ਦੇ ਹੱਥ ਕਾਲਾ ਪੱਥਰ ਆਏਗਾ ਤਾਂ ਫਿਰ ਉਸ ਨੂੰ ਮਨੀ ਲੈਂਡਰ ਨਾਲ ਸ਼ਾਦੀ ਕਰਨੀ ਪਏਗੀ। ਤਾਂ ਇੱਥੇ ਤਾਂ ਹੁਣ ਲੜਕੀ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ, ਕਿਉਂਕਿ ਉਸ ਦਾ ਤਾਂ ਹੱਥ ਹੁਣ ਕਾਲਾ ਪੱਥਰ ਹੀ ਆਉਣਾ। ਹੁਣ ਲੜਕੀ ਐਂ ਲੱਗਦਾ ਦੇਖ ਕੇ ਤਾਂ ਲੜਕੀ ਦਾ ਆਪਣੀ ਇਹ ਜਿਹੜੀ ਪੈਬਲ ਗੇਮ ਦੀ ਬਾਜ਼ੀ ਹਾਰ ਗਈ। ਲੇਕਿਨ ਜਿਹੜੀ ਲੜਕੀ ਆ ਉਹ ਬਹੁਤ ਹੀ ਸ਼ਾਰਪ ਆਈਡ ਹੈ, ਅਸੀਂ ਚੈਪਟਰ ਦੇ ਵਿੱਚ ਪੜ੍ਹਿਆ, ਬਹੁਤ ਹੀ ਤਿੱਖੀ ਨਜ਼ਰ ਹੈ ਉਸਦੀ ਅਤੇ ਇੰਟੈਲੀਜੈਂਟ ਹੈ। ਦਾ ਗਰਲ ਟੁੱਕ ਆਊਟ ਅ ਪੈਬਲ ਫਰੋਮ ਦਾ ਬੈਗ। ਤਾਂ ਉਹ ਆਪਣੇ ਆਪ ਨੂੰ ਬਚਾਉਂਦੀ ਹੈ। ਕਿਸ ਤਰ੍ਹਾਂ? ਲੜਕੀ ਬੈਗ ਦੇ ਵਿੱਚੋਂ ਇੱਕ ਪੱਥਰ ਚੱਕਦੀ ਹੈ, ਇੱਕ ਪੱਥਰ ਹੀ ਚੱਕਣਾ ਹੁੰਦਾ ਉਸਨੇ। ਸ਼ੀ ਲੈਟ ਇਟ ਡਰੋਪ ਔਨ ਦਾ ਪਾਥ। ਤਾਂ ਉਹ ਉਸ ਨੂੰ ਗਿਰਾ ਦਿੰਦੀ ਹੈ। ਇਟ ਦਾ ਮਤਲਬ ਇੱਥੇ ਪੱਥਰ ਨੂੰ ਹੀ ਕਿਹਾ ਗਿਆ। ਸ਼ੀ ਲੈਟ ਇਟ ਡਰੋਪ, ਡਰੋਪ ਦਾ ਮਤਲਬ ਗਿਰਾ ਦੇਣਾ, ਔਨ ਦਾ ਪਾਥ, ਪਾਥ ਦਾ ਮਤਲਬ ਰਸਤਾ। ਹੁਣ ਸਾਨੂੰ ਪਤਾ ਹੈ ਕਿ ਉਹ ਤਿੰਨੇ ਜਣੇ, ਲੜਕੀ, ਉਸਦਾ ਫਾਦਰ ਅਤੇ ਮਨੀ ਲੈਂਡਰ, ਉਹ ਇੱਕ ਪੈਬਲ ਸਟੂਨ ਪਾਥ 'ਤੇ ਖੜ੍ਹੇ ਹਨ। ਪੈਬਲ ਸਟੂਨ ਸ਼ਬਦ ਜਿਹੜਾ ਇਹ ਚੈਪਟਰ ਸਮਝਾਉਂਦੇ ਹੋਏ ਮੈਂ ਤੁਹਾਨੂੰ ਬਹੁਤ ਹੀ ਡਿਟੇਲ ਦੇ ਵਿੱਚ ਦੱਸਿਆ ਸੀ ਕਿ ਪੈਬਲ ਸਟੂਨ ਦਾ ਮਤਲਬ ਹੁੰਦਾ ਹੈ ਕਿ ਜਦੋਂ ਪਥਰੀਲਾ ਰਸਤਾ ਹੋਵੇ, ਬਹੁਤ ਸਾਰੇ ਪੱਥਰ ਪਏ ਹੋਣ, ਤਾਂ ਉਸ ਨੂੰ ਅਸੀਂ ਪੈਬਲ ਸਟੂਨ ਪਾਥ ਕਹਿੰਦੇ ਹਾਂ। ਤਾਂ ਹੁਣ ਉਹ ਜਿੱਥੇ ਖੜ੍ਹੇ ਨੇ, ਬਹੁਤ ਸਾਰੇ ਪੱਥਰ ਪਏ ਨੇ, ਕਾਲੇ ਚਿੱਟੇ ਤਰ੍ਹਾਂ ਤਰ੍ਹਾਂ ਦੇ। ਤਾਂ ਉਹ ਪੱਥਰ ਅੱਖ ਬਚਾ ਕੇ, ਜਿਸ ਤਰ੍ਹਾਂ ਅੱਖ ਬਚਾ ਕੇ ਮਨੀ ਲੈਂਡਰ ਨੇ ਦੋਨੇ ਪੱਥਰ ਬੈਗ 'ਚ ਪਾਏ ਹੁੰਦੇ ਨੇ, ਉਸੇ ਤਰੀਕੇ ਦੇ ਨਾਲ ਉਹ ਅੱਖ ਬਚਾ ਕੇ ਪੱਥਰ ਇੱਕ ਕੱਢਦੀ ਹੈ ਅਤੇ ਬਿਨਾਂ ਕਿਸੇ ਨੂੰ ਦਿਖਾਏ ਉਹ ਪੱਥਰ ਨੀਚੇ ਗਿਰਾ ਦਿੰਦੀ ਹੈ। ਦੇਅਰ ਇਟ ਵਾਜ਼ ਲੋਸਟ ਅਮੰਗ ਆਲ ਦੀ ਅਦਰ ਪੈਬਲਸ। ਹੁਣ ਉਹ ਜਿਹੜਾ ਪੱਥਰ ਹੈ, ਇਟ ਦਾ ਮਤਲਬ ਉਹੀ ਪੱਥਰ ਹੈ ਜਿਹੜਾ ਉਹ ਗੁੰਮ ਜਾਂਦਾ ਹੈ, ਲੋਸਟ, ਗੁੰਮ ਜਾਂਦਾ ਹੈ ਅਮੰਗ ਆਲ ਦੀ ਅਦਰ ਪੈਬਲਸ, ਬਾਕੀ ਸਾਰੇ ਪੱਥਰਾਂ ਦੇ ਨਾਲ। ਪੈਬਲ ਛੋਟੇ ਛੋਟੇ ਪੱਥਰ ਪਏ ਹੁੰਦੇ ਨੇ ਰਸਤੇ 'ਤੇ, ਉਹਨਾਂ ਦੇ ਵਿੱਚ ਹੀ ਗਿਰ ਜਾਂਦਾ, ਪਤਾ ਹੀ ਨਹੀਂ ਲੱਗਦਾ ਕਿੱਥੇ ਗਿਆ। ਨਾ ਤਾਂ ਮਨੀ ਲੈਂਡਰ ਨੂੰ ਪਤਾ ਲੱਗਦਾ, ਨਾ ਕਿਸੇ ਹੋਰ ਨੂੰ ਪਤਾ ਲੱਗਦਾ ਕਿ ਉਹ ਪੱਥਰ ਉਹਨੇ ਕਿਹੜੇ ਰੰਗ ਦਾ ਚੱਕਿਆ ਸੀ। She said that it must be the white pebble as the bag has the black pebble. ਹੁਣ ਲੜਕੀ ਜੋ ਉਸਨੇ ਇਹ ਡਰਾਮਾ ਕਰਿਆ ਹੁੰਦਾ ਆਪਣੇ ਆਪ ਨੂੰ ਬਚਾਉਣ ਦੇ ਲਈ, ਤਾਂ ਫਿਰ ਉਹ ਕਹਿੰਦੀ ਹੈ ਕਿ ਜਿਹੜਾ ਇਹ ਪੱਥਰ ਮੇਰੇ ਤੋਂ ਗਿਰ ਗਿਆ, ਹੁਣ ਮੈਨੂੰ ਪਤਾ ਤਾਂ ਲੱਗਿਆ ਨਹੀਂ ਪੱਥਰ ਕਿਹੜਾ ਸੀ, ਕਿਹੜੇ ਰੰਗ ਦਾ ਸੀ, ਕਿ ਜਿਹੜਾ ਪੱਥਰ ਹੈ ਇਹ ਮਸਟ ਬੀ ਦਾ ਵਾਈਟ ਪੈਬਲ, ਇਹ ਚਿੱਟਾ ਪੱਥਰ ਹੀ ਹੋਊਗਾ, ਕਿਉਂਕਿ ਬੈਗ ਦੇ ਵਿੱਚ ਤਾਂ ਕਾਲਾ ਪੱਥਰ ਰਹਿ ਗਿਆ। ਤਾਂ ਹੁਣ ਜੇ ਮਨੀ ਲੈਂਡਰ ਨੇ ਇੱਕ ਕਾਲਾ ਅਤੇ ਚਿੱਟਾ ਪੱਥਰ ਪਾਏ ਸੀ ਪਹਿਲਾਂ ਬੈਗ 'ਚ, ਤਾਂ ਮੇਰੇ ਤੋਂ ਹੁਣ ਜਿਹੜਾ ਪੱਥਰ ਗਿਰਿਆ ਉਹ ਵਾਈਟ ਪੱਥਰ ਹੀ ਗਿਰਿਆ ਹੋਏਗਾ, ਕਿਉਂਕਿ ਬੈਗ ਦੇ ਵਿੱਚ ਤਾਂ ਹੁਣ ਕਾਲਾ ਪੱਥਰ ਪਿਆ। ਤਾਂ ਹੁਣ ਬਾਜ਼ੀ ਪਲਟ ਜਾਂਦੀ ਹੈ।
ਬਾਜ਼ੀ ਕਿਵੇਂ ਪਲਟ ਜਾਂਦੀ ਹੈ। ਹੁਣ ਸ਼ਾਹੂਕਾਰ ਇਹ ਨਹੀਂ ਦੱਸ ਸਕਦਾ ਕਿ ਮੈਂ ਤਾਂ ਪਹਿਲਾਂ ਧੋਖਾ ਕੀਤਾ ਸੀ, ਤਾਂ ਸ਼ਾਹੂਕਾਰ ਨੇ ਤਾਂ ਇਹੀ ਕਿਹਾ ਨਾ ਆ ਕੇ ਕਿ ਮੈਂ ਦੋਨੇ ਪੱਥਰ ਪਾ ਲਏ ਜੀ, ਇੱਕ ਕਾਲਾ ਪੱਥਰ ਪਾ ਲਿਆ, ਇੱਕ ਚਿੱਟਾ ਪੱਥਰ ਪਾ ਲਿਆ। ਪਰ ਹੁਣ ਲੜਕੀ ਨੇ ਉਸ ਦੀ ਬਾਜ਼ੀ ਬਿਲਕੁਲ ਉਲਟ ਕਰਤੀ ਉਹਦੇ 'ਤੇ ਹੀ, ਅਤੇ ਹੁਣ ਇਹ ਲੜਕੀ ਆਪਣੇ ਆਪ ਨੂੰ ਬਚਾ ਲੈਂਦੀ ਹੈ। ਇਨ ਦਿਸ ਵੇ, ਇਸ ਤਰੀਕੇ ਦੇ ਨਾਲ ਸ਼ੀ ਯੂਜ਼ਿਜ਼ ਹਰ ਲੇਟਰਲ ਥਿੰਕਿੰਗ ਟੂ ਸੋਲਵ ਦਾ ਪ੍ਰੋਬਲਮ। ਤਾਂ ਸ਼ੀ ਦਾ ਮਤਲਬ ਉਹ ਲੜਕੀ ਹੈ ਜੀ, ਫਾਰਮਰ ਦੀ। ਤਾਂ ਉਹ ਆਪਣੇ ਆਪ ਸ਼ੀ ਯੂਜ਼ਿਜ਼, ਉਹ ਯੂਜ਼ ਕਰਦੀ ਹੈ, ਉਪਯੋਗ ਕਰਦੀ ਹੈ ਕਿਸ ਦਾ, ਹਰ ਲੇਟਰਲ ਥਿੰਕਿੰਗ, ਆਪਣੀ ਲੇਟਰਲ ਥਿੰਕਿੰਗ ਦਾ ਯੂਜ਼ ਕਰਦੀ ਹੈ ਇਸ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ। ਤਾਂ ਚੈਪਟਰ ਜਦੋਂ ਆਪਾਂ ਬੇਟਾ ਪੜ੍ਹ ਰਹੇ ਸੀ ਤਾਂ ਉਸ ਟਾਈਮ ਦੇ ਵਿੱਚ ਮੈਂ ਇਸ ਗੱਲ ਵੱਲ ਤੁਹਾਡਾ ਕਾਫੀ ਧਿਆਨ ਦਿਵਾਇਆ ਸੀ ਕਿ ਲੜਕੀ ਕੋਲੇ 3 ਆਪਸ਼ਨਸ ਹੁੰਦੀਆਂ ਨੇ। ਆਮ ਜੇ ਆਪਾਂ ਟ੍ਰੈਡੀਸ਼ਨਲ ਵੇ ਨਾਲ ਸੋਚੀਏ, ਜੇ ਆਪਾਂ ਪਰੰਪਰਾਗਤ ਸੋਚ ਨਾਲ ਜਾਂ ਲੀਨੀਅਰ ਥਿੰਕਿੰਗ ਨਾਲ ਸੋਚੀਏ ਤਾਂ ਲੜਕੀ ਕੋਲ 3 ਆਪਸ਼ਨ ਸੀ। ਤਿੰਨੇ ਆਪਸ਼ਨਸ ਲੜਕੀ ਲਈ ਸਹੀ ਨਹੀਂ ਸੀ। ਤਾਂ ਆਮ ਤੌਰ 'ਤੇ ਜ਼ਿਆਦਾਤਰ ਇਨਸਾਨ ਜਾਂ ਜ਼ਿਆਦਾਤਰ ਸਾਡੇ ਵਰਗੇ ਇਨਸਾਨ ਇਹੀ ਸੋਚਦੇ ਨੇ ਕਿ ਆਹੀ 3 ਆਪਸ਼ਨਾਂ 'ਚੋਂ ਕੋਈ ਲੜਕੀ ਨੇ ਆਪਸ਼ਨ ਲਈ ਹੋਊਗੀ, ਲੇਕਿਨ ਨਹੀਂ, ਲੜਕੀ ਨੇ ਆਪਣੀ ਲੇਟਰਲ ਥਿੰਕਿੰਗ ਯੂਜ਼ ਕੀਤੀ ਅਤੇ ਉਸਨੇ ਇੱਕ ਹੋਰ ਚੌਥੀ ਆਪਸ਼ਨ ਸੋਚੀ ਜਿਸ ਦੇ ਵੱਲ ਧਿਆਨ ਬਹੁਤ ਹੀ ਘੱਟ ਬੰਦਿਆਂ ਦਾ ਜਾਂਦਾ ਹੈ। ਇਸ ਕਰਕੇ ਲੇਟਰਲ ਥਿੰਕਿੰਗ ਇੰਨੀ ਜ਼ਿਆਦਾ ਇੰਪੋਰਟੈਂਸ ਰੱਖਦੀ ਹੈ। ਹੁਣ ਦੇਖੋ ਜੀ, ਰਾਈਟਰ ਦੂਸਰੀ ਐਗਜ਼ਾਮਪਲ ਸਾਨੂੰ ਦੱਸਦੇ ਨੇ। ਇਨ ਦਾ ਸੈਕਿੰਡ ਐਗਜ਼ਾਮਪਲ, ਦੂਸਰੀ ਉਦਾਹਰਨ ਦੇ ਵਿੱਚ, ਆ ਮਿਲੀਅਨੇਅਰ ਥਾਮਸ ਟੇਕਸ ਅ ਲੋਨ ਆਫ $5,000 ਫਰੋਮ ਦਾ ਬੈਂਕ। ਤਾਂ ਦੂਸਰੀ ਐਗਜ਼ਾਮਪਲ ਦੇ ਵਿੱਚ ਇੱਕ ਥਾਮਸ ਹੈ ਜੀ, ਯੰਗ ਲੜਕਾ ਹੈ, ਮਿਲੀਅਨੇਅਰ ਹੈ, ਕਰੋੜਪਤੀ ਹੈ। ਤਾਂ ਉਹ ਸਿਰਫ $5,000 ਦਾ ਲੋਨ ਲੈਂਦਾ ਹੈ ਬੈਂਕ ਤੋਂ, ਸਿਰਫ $5,000 ਦਾ ਲੋਨ। ਹੀ ਲੀਵਸ ਹਿਜ਼ ਫੈਰਾਰੀ ਕਾਰ ਟੂ ਦਾ ਬੈਂਕ ਐਜ਼ ਹਿਜ਼ ਸਿਕਿਉਰਿਟੀ। ਹੁਣ ਬੈਂਕ ਜਦੋਂ ਵੀ ਕੋਈ ਲੋਨ ਦਿੰਦਾ ਤਾਂ ਸਿਕਿਉਰਿਟੀ ਤਾਂ ਬੈਂਕ ਮੰਗਦਾ ਹੀ ਹੈ। ਤਾਂ ਬੈਂਕ ਨੇ ਸਿਕਿਉਰਿਟੀ ਦੀ ਮੰਗ ਕੀਤੀ ਤਾਂ ਉਹ ਕੀ ਕਰਦਾ ਹੈ, ਥਾਮਸ ਕੀ ਕਰਦਾ ਹੈ ਕਿ ਉਹ ਆਪਣੀ ਫੈਰਾਰੀ ਕਾਰ ਛੱਡ ਦਿੰਦਾ ਹੈ ਟੂ ਦਾ ਬੈਂਕ, ਬੈਂਕ ਕੋਲ, ਐਜ਼ ਹਿਜ਼ ਸਿਕਿਉਰਿਟੀ, ਸਿਕਿਉਰਿਟੀ ਵਜੋਂ। ਤਾਂ ਸਿਕਿਉਰਿਟੀ ਵਜੋਂ ਆਪਣੀ ਫੈਰਾਰੀ ਕਾਰ ਬੈਂਕ ਕੋਲ ਛੱਡ ਦਿੰਦਾ ਕਿ ਠੀਕ ਹੈ ਜੀ, ਤੁਸੀਂ ਮੈਨੂੰ $5,000 ਦਾ ਲੋਨ ਦਿਓ, ਮੈਂ ਆਪਣੀ ਕਾਰ ਤੁਹਾਨੂੰ ਦੇ ਜਾਂਦਾ। ਹੁਣ ਬੈਂਕ ਨੂੰ ਕੀ ਪ੍ਰੋਬਲਮ ਹੈ, ਬੈਂਕ ਨੂੰ ਕਰੋੜਾਂ ਦੀ ਫੈਰਾਰੀ ਕਾਰ ਮਿਲ ਰਹੀ ਹੈ ਅਤੇ ਉਸ ਨੂੰ ਸਿਰਫ $5,000 ਦੇਣੇ ਪੈ ਰਹੇ ਨੇ। ਤਾਂ ਬੈਂਕ ਫਟਾਫਟ ਤਿਆਰ ਹੋ ਜਾਂਦਾ। ਹੀ ਪੇਜ਼ ਓਨਲੀ $15 ਫॉर 2 ਵੀਕਸ ਫॉर ਹਿਜ਼ ਕਾਰ। ਤਾਂ ਹੁਣ ਥਾਮਸ ਜਿਹੜਾ ਹੈ ਉਹ ਸਿਰਫ $15 ਪੇ ਕਰਦਾ ਹੈ ਨਾ। $15 ਦਾ ਧਿਆਨ ਰੱਖਿਓ, ਕਈ ਵਾਰੀ ਛੋਟਾ ਕੁਐਸਚਨ ਵੀ ਆ ਜਾਂਦਾ। ਉਹ ਸਿਰਫ $15 ਪੇ ਕਰਦਾ ਹੈ, ਕਿੰਨੀ ਦੇਰ ਲਈ, 2 ਵੀਕਸ, ਸਿਰਫ 2 ਹਫ਼ਤਿਆਂ ਦੇ ਲਈ ਉਹ $15 ਪੇ ਕਰਦਾ ਹੈ ਆਪਣੀ ਕਾਰ ਦੇ ਲਈ। ਅਤੇ ਆਪਣੀ ਕਾਰ ਫਿਰ 2 ਹਫ਼ਤਿਆਂ ਬਾਅਦ ਉਹ ਵਾਪਸ ਲੈ ਜਾਂਦਾ ਅਤੇ ਸਿਰਫ $15 ਬੈਂਕ ਨੂੰ ਦੇ ਕੇ ਜਾਂਦਾ। ਹੀ ਯੂਜ਼ਿਜ਼ ਹਿਜ਼ ਲੇਟਰਲ ਥਿੰਕਿੰਗ ਫॉर ਦਾ ਸੇਫਟੀ ਆਫ ਹਿਜ਼ ਕਾਰ। ਤਾਂ ਇਸ ਤਰੀਕੇ ਦੇ ਨਾਲ ਹੁਣ ਆਪਣੀ ਕਾਰ ਦੀ ਸੇਫਟੀ ਦੇ ਲਈ ਉਹ ਲੇਟਰਲ ਥਿੰਕਿੰਗ ਯੂਜ਼ ਕਰਦਾ ਹੈ, ਲੇਟਰਲ ਥਿੰਕਿੰਗ ਨੂੰ ਉਪਯੋਗ 'ਚ ਲਿਆਂਦਾ। ਹੁਣ ਕਈ ਇੱਥੇ ਸਟੂਡੈਂਟਸ ਮੇਰੇ ਨਾਲ ਗੱਲ ਕਰਦੇ ਹੁੰਦੇ ਆ ਕਲਾਸ 'ਚ ਕਿ ਉਹ ਆਪਣੀ ਕਾਰ ਆਪਣੇ ਘਰ ਖੜ੍ਹਾ ਦਿੰਦਾ। ਘਰੇ ਹੋ ਸਕਦਾ ਹੈ ਕਿ ਉਹ ਉਸ ਟਾਈਮ ਇਕੱਲਾ ਹੋਵੇ ਜਾਂ ਉਸ ਨੂੰ ਲੱਗਦਾ ਹੋਵੇ ਕਿ ਮੇਰੀ ਕਾਰ ਚੋਰੀ ਹੋ ਸਕਦੀ ਹੈ ਘਰ ਤੋਂ, ਇਸ ਕਰਕੇ ਉਸਨੇ ਆਪਣੇ ਘਰੇ ਪਾਰਕ ਨਹੀਂ ਕੀਤੀ ਕਾਰ। ਜਾਂ ਹੋ ਸਕਦਾ ਹੈ ਕਿ ਕਈ ਸਟੂਡੈਂਟਸ ਮੈਨੂੰ ਕਹਿੰਦੇ ਨੇ ਜੀ ਕਿਤੇ ਹੋਰ ਖੜ੍ਹਾ ਦਿੰਦਾ, ਪਾਰਕ ਕਰ ਦਿੰਦਾ, ਲੇਕਿਨ ਨਹੀਂ, ਉਸ ਨੂੰ ਲੱਗਦਾ ਸੀ ਕਿ ਮੇਰੀ ਕਾਰ ਬਹੁਤ ਮਹਿੰਗੀ ਹੈ, ਜੇ ਕੋਈ ਨੁਕਸਾਨ ਹੋ ਜਾਏ ਕਾਰ ਦਾ ਤਾਂ ਫਿਰ ਉਹਦਾ ਫਾਇਦਾ ਕੀ। ਤਾਂ ਉਹ ਆਪਣੀ ਲੇਟਰਲ ਥਿੰਕਿੰਗ ਯੂਜ਼ ਕਰਦਾ। ਉਹ ਕਹਿੰਦਾ ਬੈਂਕ ਤੋਂ ਵਧੀਆ ਜਿਹੜੀ ਕੋਈ ਇਮਾਰਤ ਨਹੀਂ ਹੈ ਜਿੱਥੇ ਮੇਰੀ ਚੀਜ਼ ਸੇਫ ਰਹੇ। ਹੁਣ ਦੇਖੋ, ਆਪਾਂ ਕਈ ਵਾਰੀ ਪੈਸੇ ਵੀ ਜਮ੍ਹਾਂ ਕਰਾਉਂਦੇ ਹਾਂ, FDਆਂ ਕਰਾਉਂਦੇ ਹਾਂ, ਜਾਂ ਲੋਕਰ ਵੀ ਅੱਜ ਕੱਲ੍ਹ ਬੈਂਕਾਂ ਚੱਲਦੇ ਆ, ਤਾਂ ਉਹ ਜਿਹੜੀਆਂ ਕੀਮਤੀ ਚੀਜ਼ਾਂ ਆਪਾਂ ਬੈਂਕਾਂ 'ਚ ਹੀ ਰੱਖਦੇ ਹਾਂ। ਤਾਂ ਉਸ ਨੇ ਆਪਣੀ ਕੀਮਤੀ ਚੀਜ਼ ਜਿਹੜੀ ਕਾਰ ਹੈ ਉਸ ਨੂੰ ਬੈਂਕ ਕੋਲੇ ਰੱਖਣ ਦੀ ਸਕੀਮ ਲੜਾਈ ਅਤੇ ਦੇਖੋ ਉਸ 'ਚੋਂ ਸਫਲ ਹੋ ਗਿਆ ਅਤੇ ਸਿਰਫ $15 ਪੇ ਕਰਕੇ ਆਪਣੀ 15 ਦਿਨਾਂ ਦੀ ਜਿਹੜੀ ਉਸ ਦੀ ਕਾਰ ਦੀ ਸੇਫਟੀ ਉਸ ਨੇ ਯਕੀਨੀ ਬਣਾ ਲਈ। ਤਾਂ ਇਸ ਤੋਂ ਇਲਾਵਾ ਇਸ ਚੈਪਟਰ ਦੇ ਵਿੱਚ ਹੋਰ ਵੀ 1-2 ਐਗਜ਼ਾਮਪਲਸ ਆਉਂਦੀਆਂ, ਜਿਵੇਂ ਕਿ ਇਨ ਦੀਜ਼ ਡੇਜ਼ T20 ਐਂਡ ਡੇ ਐਂਡ ਨਾਈਟ ਕ੍ਰਿਕਟ ਮੈਚਿਸ ਆਰ ਦੀ ਐਗਜ਼ਾਮਪਲਸ ਆਫ ਲੇਟਰਲ ਥਿੰਕਿੰਗ। ਕਿ ਜਿਹੜੇ T20 ਮੈਚ ਹੈ ਜਾਂ ਡੇ ਐਂਡ ਨਾਈਟ ਕ੍ਰਿਕਟ ਮੈਚਿਸ ਹੈ ਉਹ ਵੀ ਲੇਟਰਲ ਥਿੰਕਿੰਗ ਦੀਆਂ ਐਗਜ਼ਾਮਪਲਸ ਨੇ। ਤਾਂ ਜਿਹੜੇ ਕ੍ਰਿਕਟ ਦੇ ਸ਼ੌਕੀਨ ਨੇ ਉਹਨਾਂ ਨੂੰ ਪਤਾ ਹੋਣਾ ਕਿ ਪਹਿਲਾਂ ਜਿਹੜੇ ਮੈਚਿਸ ਖੇਲੇ ਜਾਂਦੇ ਸੀ ਉਹ ਟੈਸਟ ਮੈਚਿਸ ਹੁੰਦੇ ਸੀ ਨਾ। ਟੈਸਟ ਮੈਚਿਸ ਜੇ ਤੁਹਾਨੂੰ ਯਾਦ ਹੋਵੇ ਤਾਂ ਸ਼ੁਰੂਆਤ ਤਾਂ ਇਹ 5-7 ਦਿਨਾਂ ਦੇ ਹੁੰਦੇ ਸੀ। 7 ਦਿਨ, ਪੂਰਾ ਹਫ਼ਤਾ ਹੀ ਟੈਸਟ ਮੈਚ ਚੱਲਦਾ ਰਹਿੰਦਾ ਸੀ। ਫਿਰ ਇਹ 5 ਦਿਨ ਦੇ ਹੋ ਗਏ। 5 ਦਿਨ ਤਾਂ ਅੱਜ ਕੱਲ੍ਹ ਵੀ ਚੱਲਦੇ ਆ ਟੈਸਟ ਮੈਚ, ਲੇਕਿਨ ਲੋਕਾਂ ਕੋਲ ਇੰਨਾ ਟਾਈਮ ਨਹੀਂ ਹੈ। ਲੋਕ ਕਹਿੰਦੇ ਆ ਕਿ ਸਾਨੂੰ ਥੋੜ੍ਹੇ ਟਾਈਮ ਦੇ ਵਿੱਚ ਹੀ ਕ੍ਰਿਕਟ ਦਾ ਇੰਜੋਇਮੈਂਟ ਆ ਜੀ। ਤਾਂ ਅੱਜ ਕੱਲ੍ਹ ਫਿਰ ਕੀ ਹੋ ਗਿਆ, 1 ਡੇ ਮੈਚ ਚੱਲ ਗਏ ਜੀ ਨਾ। 1 ਡੇ ਮੈਚਿਸ ਦੇ ਵਿੱਚ ਤੁਹਾਨੂੰ ਪਤਾ ਹੈ 50-50 ਓਵਰਸ ਹੁੰਦੇ ਆ ਦੋਨਾਂ ਸਾਈਡਸ ਨੂੰ, ਤਾਂ 50-50 ਓਵਰਸ ਖੇਡੇ ਜਾਂਦੇ ਆ। ਲੇਕਿਨ ਉਸ ਤੋਂ ਵੀ ਹੁਣ ਸ਼ਾਰਟਡ ਵਰਜ਼ਨ ਆ ਗਿਆ ਕ੍ਰਿਕਟ ਦਾ, ਉਸ ਨੂੰ ਆਪਾਂ ਕਹਿੰਦੇ ਹਾਂ T20। ਤਾਂ IPL ਤਾਂ ਤੁਸੀਂ ਦੇਖਿਓ ਨਹੀਂ, IPL ਲੀਗ ਦੇਖੋ ਕਿੰਨੀ ਪਾਪੂਲਰ ਹੋਈ ਹੋਈ ਹੈ। ਤਾਂ ਇਹ T20 ਮੈਚਿਸ ਦਾ ਜਿਹੜਾ ਕਨਸੈਪਟ ਹੈ ਇਹ ਕਿਸ ਨੇ ਸ਼ੁਰੂ ਕੀਤਾ, ਜਾਂ ਜਿਹੜੇ ਡੇ ਐਂਡ ਨਾਈਟ ਮੈਚਿਸ ਦੇ ਕਨਸੈਪਟ ਕਿਸ ਨੇ ਸ਼ੁਰੂ ਕੀਤੇ, ਇਸ ਦਾ ਨਾਮ ਕੈਰੀ ਪੈਕਰ ਵੀ ਹੈ। ਤਾਂ ਹਰ ਇੱਕ ਕਿਸੇ ਨਾ ਕਿਸੇ ਦੀ ਸੋਚ ਹੁੰਦੀ ਹੈ, ਕ੍ਰੀਏਟਿਵ ਥਿੰਕਿੰਗ ਹੁੰਦੀ ਹੈ, ਜਿਸ ਦੇ ਨਾਲ ਇੰਨਾ ਜ਼ਿਆਦਾ ਬਦਲਾਵ ਆਉਂਦਾ। ਤਾਂ ਐਂਡ ਦੇ ਵਿੱਚ ਆਥਰ ਇਹ ਕਹਿੰਦਾ ਜੀ ਕਿ ਅਕੋਰਡਿੰਗ ਟੂ ਦਾ ਆਥਰ ਕਿ ਇੰਟੈਲੀਜੈਂਸ ਇਜ਼ ਅ ਪੋਟੈਂਸ਼ੀਅਲ ਦੈਟ ਆਲ ਆਫ ਅਸ ਹੈਵ।
ਹੁਣ ਦੇਖੋ ਇਹ ਗੱਲ ਸਮਝਣ ਵਾਲੀ ਹੈ ਕਿ ਦੇਖੋ ਇੰਟੈਲੀਜੈਂਸ ਹੈ, ਇੰਟੈਲੀਜੈਂਸ ਦਾ ਮਤਲਬ ਅਕਲ। ਅਕਲ ਤਾਂ ਇੱਕ ਸਮਰੱਥਾ ਹੈ, ਪੋਟੈਂਸ਼ੀਅਲ ਦਾ ਮਤਲਬ ਕੀ ਹੈ ਜੀ? ਸਮਰੱਥਾ। ਹੁਣ ਇਹ ਜਿਹੜੀ ਅਕਲ ਹੈ ਇਹ ਤਾਂ ਸਾਰਿਆਂ ਨੂੰ ਦਿੱਤੀ ਹੈ ਰੱਬ ਨੇ। ਆਲ ਆਫ ਅਸ ਹੈਵ, ਸਾਰੇ ਹੀ ਇਨਸਾਨਾਂ ਨੂੰ ਅਕਲ, ਦਿਮਾਗ ਸਾਰਿਆਂ ਨੂੰ ਇਨਸਾਨਾਂ ਨੂੰ ਦਿੱਤਾ ਹੈ, ਦਿਮਾਗ ਦੇ ਵਿੱਚ ਅਕਲ ਵੀ ਸਾਰੇ ਇਨਸਾਨਾਂ ਨੂੰ ਦਿੱਤੀ ਹੈ, ਪਰ ਅਕਲ ਨੂੰ ਯੂਜ਼ ਕੌਣ ਕਰਦਾ? ਪ੍ਰੋਬਲਮ ਤਾਂ ਇਹ ਹੈ। ਤਾਂ ਅੱਗੇ ਆਥਰ ਹੀ ਕਹਿੰਦਾ ਹੈ ਥਿੰਕਿੰਗ ਇਜ਼ ਅ ਸਕਿੱਲ ਟੂ ਯੂਜ਼ ਦੈਟ ਪੋਟੈਂਸ਼ੀਅਲ ਵੈਲ। ਕਹਿੰਦੇ ਜਿਹੜੀ ਥਿੰਕਿੰਗ ਹੈ, ਥਿੰਕਿੰਗ ਦਾ ਮਤਲਬ ਜਿਹੜੀ ਸੋਚ ਹੈ, ਉਹ ਇੱਕ ਸਕਿੱਲ ਹੈ। ਸਕਿੱਲ ਦਾ ਮਤਲਬ ਹੁਨਰ ਹੈ। ਥਿੰਕਿੰਗ ਇੱਕ ਹੁਨਰ ਹੈ ਜਿਸ ਦੇ ਨਾਲ ਅਸੀਂ ਉਸ ਪੋਟੈਂਸ਼ੀਅਲ ਨੂੰ ਚੰਗੀ ਤਰ੍ਹਾਂ ਯੂਜ਼ ਕਰਦੇ ਹਾਂ। ਕਿਸ ਪੋਟੈਂਸ਼ੀਅਲ ਨੂੰ? ਇੰਟੈਲੀਜੈਂਸ। ਤਾਂ ਇੰਟੈਲੀਜੈਂਸ ਪੋਟੈਂਸ਼ੀਅਲ ਹੈ ਅਤੇ ਥਿੰਕਿੰਗ ਸਕਿੱਲ ਹੈ। ਤਾਂ ਇਹ ਚੀਜ਼ ਯਾਦ ਰੱਖਣੀ ਹੈ। ਇੰਟੈਲੀਜੈਂਸ ਪੋਟੈਂਸ਼ੀਅਲ ਹੈ, ਥਿੰਕਿੰਗ ਸਕਿੱਲ ਹੈ। ਜੇਕਰ ਸਾਡੀ ਥਿੰਕਿੰਗ ਅੱਛੀ ਹੋਏਗੀ, ਜੇਕਰ ਸਾਡੀ ਕ੍ਰੀਏਟਿਵ ਥਿੰਕਿੰਗ ਹੋਏਗੀ, ਨੌਨ ਲੀਨੀਅਰ ਥਿੰਕਿੰਗ ਹੋਏਗੀ, ਤਾਂ ਅਸੀਂ ਆਪਣੀ ਇੰਟੈਲੀਜੈਂਸ ਨੂੰ ਬਹੁਤ ਅੱਛਾ ਯੂਜ਼ ਕਰ ਪਾਵਾਂਗੇ। ਜੇਕਰ ਅਸੀਂ ਉਵੇਂ ਟ੍ਰੈਡੀਸ਼ਨਲ ਵੇ ਦੇ ਨਾਲ, ਪਰੰਪਰਾਗਤ ਤਰੀਕੇ ਦੇ ਨਾਲ, ਲੀਨੀਅਰ ਵੇ ਦੇ ਨਾਲ ਸੋਚੀ ਜਾਈਏ ਤਾਂ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਹੈ। ਇਸ ਕਰਕੇ ਆਥਰ ਨੇ, ਲੇਖਕ ਨੇ ਲੇਟਰਲ ਥਿੰਕਿੰਗ ਦੇ ਉੱਪਰ ਇੰਨਾ ਜ਼ੋਰ ਦਿੱਤਾ। ਤਾਂ ਉਮੀਦ ਹੈ ਬੱਚਿਓ ਕਿ ਤੁਹਾਨੂੰ ਸਾਰਾ ਕੁਐਸਚਨਸ ਸਮਝ ਆ ਗਿਆ ਹੋਏਗਾ। ਮੈਂ ਕਾਫੀ ਡਿਟੇਲ ਦੇ ਵਿੱਚ ਵੀ ਚੈਪਟਰ ਤੁਹਾਨੂੰ ਕਰਵਾਇਆ ਅਤੇ ਉਸ ਤੋਂ ਬਾਅਦ ਸ਼ਾਰਟ ਆਨਸਰ ਟਾਈਪ ਕੁਐਸਚਨਸ, ਅਤੇ ਅੱਜ ਤੁਹਾਨੂੰ ਮੈਂ ਲੌਂਗ ਆਨਸਰ ਟਾਈਪ ਕੁਐਸਚਨ, ਐਸੇ ਟਾਈਪ ਕੁਐਸਚਨ ਵੀ ਕਰਵਾ ਦਿੱਤਾ ਹੈ। ਜੇਕਰ ਫਿਰ ਵੀ ਕੋਈ ਤੁਹਾਡੇ ਕੋਲ ਕੋਈ ਡਾਊਟ ਰਹਿੰਦਾ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ। ਨੈਕਸਟ ਆਪਾਂ ਨਵੇਂ ਚੈਪਟਰ ਦੀ ਸਟੱਡੀ ਕਰਾਂਗੇ ਜੀ। ਓਕੇ।